ਸਤਿ ਸ਼੍ਰੀ ਅਕਾਲ ਜੀ। ਮੈਂ ਜਸਮੀਤ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼। ਅਤੇ ਯੂਕਰੇਨ ਰੂਸ ਯੁੱਧ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਵੱਡੀ ਖਬਰ ਵਿੱਚ ਭਾਰਤੀਆਂ ਲਈ ਰਾਹਤ ਦੀ ਖਬਰ ਹੈ। ਦਰਅਸਲ ਖਬਰ ਇਹ ਹੈ ਕਿ ਰੂਸ ਦੇ ਸਫੀਰ ਡੈਨਿਸ ਅਲੀਪੋਵ ਨੇ ਭਾਰਤ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਰਸ਼ੀਆ ਯੁੱਧ ਦੇ ਵਿਚਕਾਰ ਯੂਕਰੇਨ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਰੂਸ ਹੁਣ ਭਾਰਤ ਦੀ ਮਦਦ ਕਰੇਗਾ। ਜੀ ਹਾਂ, ਖਾਰਕੀਵ ਵਿੱਚ ਜੋ ਵੀ ਭਾਰਤੀ ਅਤੇ ਯੁੱਧਗ੍ਰਸਤ ਖੇਤਰ ਵਿੱਚ ਜੋ ਵੀ ਭਾਰਤੀ ਫਸੇ ਹੋਏ ਨੇ, ਨਾਗਰਿਕ ਫਸੇ ਨੇ, ਉਹਨਾਂ ਨੂੰ ਬਾਹਰ ਕੱਢਣ ਵਿੱਚ ਰੂਸ ਹੁਣ ਭਾਰਤ ਦੀ ਮਦਦ ਕਰੇਗਾ। ਇਸੇ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚੋਂ ਸਾਰੇ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ। ਜੀ ਹਾਂ, ਉੱਥੇ ਹੁਣ ਕੋਈ ਵੀ ਭਾਰਤੀ ਨਾਗਰਿਕ ਨਹੀਂ ਬਚਿਆ ਹੈ। ਇਸ ਤੋਂ ਇਲਾਵਾ ਜੇਕਰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੀ ਗੱਲ ਕਰੀਏ ਖਾਰਕੀਵ ਵਿੱਚ, ਉੱਥੇ ਰਸ਼ੀਅਨ ਫੌਜੀਆਂ ਨੇ ਪਹੁੰਚ ਕੇ ਬਹੁਤ ਵੱਡੀ ਤਬਾਹੀ ਮਚਾਈ ਹੈ। ਇਸ ਤਬਾਹੀ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਈ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਰੂਸ ਨੇ ਯੂਕਰੇਨ ਦੇ ਖਰਸਾਨ ਸ਼ਹਿਰ ਨੂੰ ਵੀ ਘੇਰ ਲਿਆ ਹੈ। ਜੀ ਹਾਂ, ਰੂਸ ਨੇ ਜਿਹੜਾ ਯੂਕਰੇਨ ਦਾ ਸ਼ਹਿਰ ਹੈ ਖਰਸਾਨ, ਉਸ ਨੂੰ ਘੇਰ ਲਿਆ ਹੈ। ਅਤੇ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਸ਼ਹਿਰ ਉੱਥੇ ਦਾ ਜਿਸ ਦਾ ਨਾਂ ਕੋਨੋਟੌਪ ਦੱਸਿਆ ਜਾ ਰਿਹਾ ਹੈ, ਉਸ ਨੂੰ ਵੀ ਰੂਸ ਨੇ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਨਾਲ ਜਿਸ ਵਿੱਚ ਉੱਥੇ ਦਾ ਮੇਅਰ ਉੱਥੇ ਦੇ ਨਾਗਰਿਕਾਂ ਨੂੰ ਇਹ ਚੇਤਾਵਨੀ ਦੇ ਰਿਹਾ ਹੈ ਕਿ ਰੂਸੀ ਫੌਜੀਆਂ ਨੇ ਸਾਨੂੰ ਇਹ ਧਮਕੀ ਦਿੱਤੀ ਹੈ, ਜਾਂ ਤਾਂ ਤੁਸੀਂ ਰੂਸ ਦੇ ਅੱਗੇ ਝੁਕ ਜਾਓ, ਨਹੀਂ ਤਾਂ ਅਸੀਂ ਪੂਰੇ ਸ਼ਹਿਰ ਨੂੰ ਨਸਤੋ ਨਾਬੂਦ ਕਰ ਦੇਵਾਂਗੇ। ਇਹ ਵੀਡੀਓ ਤੁਸੀਂ ਆਪਣੇ ਸਕਰੀਨਸ ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅੱਗੇ ਵਧਦੇ ਹਾਂ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਵੀ ਇੱਕ ਵੱਡਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਬੀਤੇ 6 ਦਿਨਾਂ ਵਿੱਚ ਉਹਨਾਂ ਨੇ 6000 ਰੂਸੀ ਫੌਜੀਆਂ ਨੂੰ ਮਾਰ ਗਿਰਾਇਆ ਹੈ। ਜੀ ਹਾਂ, ਇਹ ਵੱਡਾ ਦਾਅਵਾ ਯੂਕਰੇਨ ਦੇ ਰਾਸ਼ਟਰਪਤੀ ਨੇ ਕੀਤਾ ਹੈ। ਇसी ਦੇ ਨਾਲ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਉਹ ਇਸ ਵੇਲੇ ਵੀ ਕੀਵ ਵਿੱਚ ਮੌਜੂਦ ਹਨ ਅਤੇ ਉਹ ਰਸ਼ੀਆ ਅਤੇ ਕੀਵ ਸ਼ਹਿਰ ਨੂੰ ਉਹ ਕੀਵ ਸ਼ਹਿਰ ਨੂੰ ਛੱਡ ਕੇ ਨਹੀਂ ਜਾਣਗੇ ਕਿਸੇ ਵੀ ਹਾਲਾਤ ਵਿੱਚ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਸ਼ੀਅਨ ਫੌਜੀ ਸਪੈਸ਼ਲ ਫੋਰਸਿਸ ਨੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਮਾਰਨ ਦੀ ਤਰਕੀਬ ਨਾਲ ਸ਼ਹਿਰ ਤੇ ਹਮਲਾ ਕੀਤਾ ਸੀ, ਜਿਸ ਵਿੱਚ ਯੂਕਰੇਨ ਦੀ ਖਾਸ ਫੋਰਸਿਸ ਨੇ ਰਸ਼ੀਅਨ ਫੋਰਸਿਸ ਨੂੰ ਮਾਰ ਗਿਰਾਇਆ, ਜਿਸ ਦੀ ਉਹਨਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਾੜ ਨੁਮਾ ਇਹ ਨਸਤੋ ਨਾਬੂਦ ਹੋਏ ਜਿਹੜੇ ਵਾਹਨ ਦਿਖਦੇ ਪਏ ਨੇ ਉਹ ਐਕਚੁਅਲੀ ਰਸ਼ੀਅਨ ਸਪੈਸ਼ਲ ਫੋਰਸਿਸ ਦੇ ਨੇ। ਤੁਹਾਨੂੰ ਦੱਸਣਾ ਚਾਹਾਂਗੇ ਕਿ ਖਾਰਕੀਵ ਵਿੱਚ ਰੂਸੀ ਹਵਾਈ ਸੈਨਾ ਨੇ ਵੀ ਹਮਲਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜ਼ਮੀਨੀ ਪੱਧਰ ਤੇ ਅਤੇ ਹਵਾਈ ਪੱਧਰ ਤੇ ਰੂਸੀ ਫੌਜੀਆਂ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਰਮਿਆਨ ਅੱਜ ਦੇ ਦਿਨ ਹੀ ਯਾਨੀ ਕਿ ਜੰਗ ਦੇ 7ਵੇਂ ਦਿਨ ਉਹਨਾਂ ਨੇ ਖਾਰਕੀਵ ਦੇ ਇੱਕ ਹਸਪਤਾਲ ਤੇ ਵੀ ਹਮਲਾ ਕੀਤਾ, ਜਿਸ ਦੇ ਦੂਰ ਤੱਕ ਧਮਾਕਿਆਂ ਦੀ ਆਵਾਜ਼ ਨੇ ਸ਼ਹਿਰ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ। ਯੂਕਰੇਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਹਮਲੇ ਵਿੱਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 112 ਲੋਕ ਜ਼ਖਮੀ ਹੋਏ ਹਨ। ਜੀ ਹਾਂ, ਇਹ ਰੂਸ ਦੇ ਖਾਰਕੀਵ ਸ਼ਹਿਰ ਤੋਂ ਜਿਹੜੀ ਅਪਡੇਟ ਹੈ ਉਹ ਆਈ ਹੈ, ਜੋ ਕਿ ਬਹੁਤ ਹੀ ਜ਼ਿਆਦਾ ਸ਼ੌਕਿੰਗ ਹੈ। ਜੇਕਰ ਰਾਜਧਾਨੀ ਕੀਵ ਦੀ ਗੱਲ ਕਰੀਏ, ਜਿੱਦਾਂ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਕਿ ਉੱਥੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਜਾ ਚੁੱਕਿਆ ਹੈ, ਲੇਕਿਨ ਵੱਡੀ ਖਬਰ ਇਹ ਹੈ ਕਿ ਬਹੁਤ ਹੀ ਸ਼ੌਕਿੰਗ ਤਸਵੀਰਾਂ ਉੱਥੋਂ ਦੀ ਸਾਹਮਣੇ ਆ ਰਹੀਆਂ ਨੇ, ਜਿਸ ਵਿੱਚ ਬੱਸਾਂ ਟ੍ਰੇਨਾਂ ਵਿੱਚ ਤੜਾਤੜ ਲੋਕ ਭਰੇ ਹੋਏ ਨੇ। ਉੱਥੇ ਖਾਣ ਪੀਣ ਦਾ ਸਮਾਨ ਸਾਰਾ ਮੁੱਕ ਚੁੱਕਿਆ। ਬੀਤੇ ਦਿਨੀ ਰੂਸ ਨੇ ਉੱਥੇ ਦੀ ਇੱਕ ਸੁਪਰ ਮਾਰਕੀਟ ਵਿੱਚ ਵੀ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਜੋ ਕਿ ਖਾਣ ਪੀਣ ਦੀ ਉੱਥੇ ਕਾਫੀ ਕਿੱਲਤ ਪਹੁੰਚ ਚੁੱਕੀ ਹੈ ਉਸ ਸ਼ਹਿਰ ਵਿੱਚ। ਇਸ ਦੌਰਾਨ ਰਿਪੋਰਟਾਂ ਜਿਹੜੀਆਂ ਸਾਹਮਣੇ ਆ ਰਹੀਆਂ ਹਨ ਉਸ ਮੁਤਾਬਕ ਲਗਭਗ 7 ਲੱਖ ਲੋਕ ਯੂਕਰੇਨ ਨੂੰ ਛੱਡ ਕੇ ਪੜੋਸੀ ਮੁਲਕਾਂ ਨੂੰ ਜਾ ਚੁੱਕੇ ਨੇ। ਇਸ ਤੋਂ ਇਲਾਵਾ ਇਹ ਜਿਹੜੀ ਦਰ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਰਹੇਗੀ। ਜੀ ਹਾਂ, ਤੁਹਾਨੂੰ ਦੱਸਣਾ ਚਾਹਾਂਗੇ ਕਿ ਫਸੇ ਯੂਕਰੇਨ ਵਿੱਚ ਅਤੇ ਖਾਰਕੀਵ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਨੇ ਵੀ ਭਾਰਤ ਸਰਕਾਰ ਨਾਲ ਹੱਥ ਮਿਲਾ ਲਿਆ ਹੈ, ਜਿਸ ਤੋਂ ਬਾਅਦ US ਆਰਮੀ ਦੇ ਸਪੈਸ਼ਲ ਹਵਾਈ ਜਹਾਜ਼ ਜੋ ਕਿ ਬਹੁਤ ਹੀ ਵੱਡੇ ਹੁੰਦੇ ਨੇ C-17 ਗਲੋਬ ਮਾਸਟਰ। ਦਰਅਸਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਅਮਰੀਕੀ ਜਹਾਜ਼ ਨੇ, ਜਿਨ੍ਹਾਂ 'ਚੋਂ 10 ਜਹਾਜ਼ਾਂ ਦਾ ਆਰਡਰ ਭਾਰਤ ਨੇ ਬੀਤੇ ਸਾਲਾਂ ਵਿੱਚ ਅਮਰੀਕਾ ਨੂੰ ਦਿੱਤਾ ਸੀ ਅਤੇ ਉਸ ਵਿੱਚੋਂ ਹਲੇ 4 ਜਹਾਜ਼ ਭਾਰਤ ਨੂੰ ਮਿਲ ਚੁੱਕੇ ਨੇ ਤੇ 6 ਦੀ ਹਜੇ ਉਡੀਕ ਹੋ ਰਹੀ ਹੈ। ਇਹਨਾਂ ਵਿੱਚ ਕਾਫੀ ਵੱਡੀ ਤਾਦਾਦ ਵਿੱਚ ਲੋਕ ਆ ਸਕਦੇ ਨੇ। ਇਹਨਾਂ ਵਿੱਚ ਟੈਂਕ ਔਰ ਜੰਗੀ ਸਮਾਨ ਵੀ ਭੇਜਿਆ ਜਾ ਸਕਦਾ ਹੈ। ਉਹ 3 ਗਲੋਬ ਮਾਸਟਰ ਭਾਰਤ ਨੇ ਰੋਮਾਨੀਆ
ਹੰਗਰੀ ਅਤੇ ਪੋਲੈਂਡ ਨੂੰ ਰਵਾਨਾ ਕਰ ਦਿੱਤੇ ਨੇ, ਜਿਨ੍ਹਾਂ ਵਿੱਚ ਭਾਰਤੀਆਂ ਨੂੰ ਵਾਪਸ ਲਿਆਇਆ ਜਾਏਗਾ। ਇਸ ਤੋਂ ਇਲਾਵਾ ਇਹਨਾਂ ਵਿੱਚ ਟੈਂਟ, ਕੰਬਲ ਅਤੇ ਹੋਰ ਮਨੁੱਖੀ ਸਹਾਇਤਾ ਵੀ ਜੋ ਭਾਰਤ ਹੈ ਉਹ ਯੂਕਰੇਨ ਨੂੰ ਪ੍ਰਦਾਨ ਕਰ ਰਿਹਾ ਹੈ। ਜੀ ਹਾਂ, ਭਾਰਤ ਨੇ ਆਪਣਾ ਸਟੈਂਡ ਦੱਸ ਦਿੱਤਾ ਸੀ ਕਿ ਉਹ ਨਿਊਟਰਲ ਰਹੇਗਾ, ਨਾ ਤਾਂ ਉਹ ਰਸ਼ੀਆ ਦੇ ਹੱਕ ਵਿੱਚ ਹੈ, ਨਾ ਤਾਂ ਉਹ ਯੂਕਰੇਨ ਦੇ ਹੱਕ ਵਿੱਚ ਹੈ। ਅਸੀਂ ਨਿਊਟਰਲ ਰਵਾਂਗੇ ਅਤੇ ਅਸੀਂ ਫਿਰ ਵੀ ਯੂਕਰੇਨ ਵਿੱਚ ਹੋਣ ਵਾਲੀ ਤਬਾਹੀ ਵਿੱਚ ਅਸੀਂ ਮਨੁੱਖੀ ਸਹਾਇਤਾ ਪ੍ਰਦਾਨ ਕਰਾਂਗੇ। ਇਹ ਜਿਹੜੇ ਪਲੇਨ ਸੀਗੇ ਹਿੰਡਨ 에ਅਰਬੇਸ, ਉੱਤਰ ਪ੍ਰਦੇਸ਼ ਸਥਿਤ ਹਿੰਡਨ 에ਅਰਬੇਸ ਤੋਂ ਇਹਨਾਂ ਨੇ ਉਡਾਨਾਂ ਭਰੀਆਂ ਨੇ। ਇਸੇ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਤਕਰੀਬਨ 36 ਹਵਾਈ ਜਹਾਜ਼, ਵੱਖ-ਵੱਖ ਕੰਪਨੀਆਂ ਦੇ 36 ਹਵਾਈ ਜਹਾਜ਼ ਆਉਣ ਵਾਲੇ ਕੱਲ੍ਹ ਯਾਨੀ ਕਿ 4 ਮਾਰਚ ਨੂੰ ਤਕਰੀਬਨ 1300 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਵਾਪਸ ਆਉਣਗੇ। ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵਿੱਚ 6 ਜਹਾਜ਼ ਇੰਡੀਗੋ ਦੇ ਨੇ ਤੇ ਬਾਕੀ ਜਹਾਜ਼ ਜਿਹੜੀ ਉਡਾਨਾਂ ਭਰ ਰਹੇ ਨੇ ਉਹ ਹੈ ਇੰਡੀਅਨ 에ਅਰਵੇਜ਼ ਐਕਸਪ੍ਰੈਸ ਅਤੇ ਸਪਾਈਸ ਜੈਟ ਦੇ ਜਹਾਜ਼ ਹੋਣ ਵਾਲੇ ਹਨ। ਅਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੀਵ ਵਿੱਚ ਵੀ ਰਸ਼ੀਆ ਦੇ ਰਾਸ਼ਟਰਪਤੀ ਵਾਲਦਮੀਰ ਪੁਤਿਨ ਨੇ ਵੱਡੀ ਚੇਤਾਵਨੀ ਦਿੱਤੀ ਸੀ। ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਕੀਵ ਵਿੱਚ ਜਿੰਨੇ ਵੀ ਨਾਗਰਿਕ ਰਹਿ ਰਹੇ ਹਨ, ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ, ਉਹ ਉਸ ਸ਼ਹਿਰ ਨੂੰ ਖਾਲੀ ਕਰਕੇ ਉੱਥੋਂ ਦੀ ਨੱਸ ਜਾਣ, ਕਿਉਂਕਿ ਥੋੜ੍ਹੇ ਹੀ ਚਿਰ ਵਿੱਚ ਉਹ ਪੂਰੇ ਸ਼ਹਿਰ ਨੂੰ ਨਸਤੋ ਨਾਬੂਦ ਕਰ ਦੇਣਗੇ। ਉਹਨਾਂ ਨੇ ਕਿਹਾ ਸੀ ਜਾਂ ਤਾਂ ਤੁਸੀਂ ਸ਼ਹਿਰ ਖਾਲੀ ਕਰ ਦਿਓ ਜਾਂ ਤਾਂ ਮਰਨ ਲਈ ਤਿਆਰ ਰਹੋ। ਤੁਹਾਨੂੰ ਦੱਸਣਾ ਚਾਹਾਂਗੇ ਕਿ ਰਾਸ਼ਟਰਪਤੀ ਪੁਤਿਨ ਵੱਲੋਂ ਇਸ ਜੰਗ ਛੇੜਨ ਤੋਂ ਬਾਅਦ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਅਤੇ ਦੂਜੇ ਪਾਸੇ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਦੀ ਵੀ ਗੱਲ ਕਰੀਏ ਤੇ ਉਹਨਾਂ ਨੇ ਵੀ ਇਹ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਕੁਝ ਵੀ ਹੋ ਜਾਏ ਉਹ ਯੁੱਧ 'ਚ ਹਾਰ ਨਹੀਂ ਮੰਨਣਗੇ ਅਤੇ ਉਹਨਾਂ ਨੇ ਬਾਕੀ ਮੁਲਕਾਂ ਨੂੰ ਵੀ ਉਹਨਾਂ ਦੀ ਮਦਦ ਲਈ ਖੁੱਲ੍ਹੀ ਜਿਹੜੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬਾਕੀ ਮੁਲਕ ਦੇ ਬਾਸ਼ਿੰਦੇ ਵੀ ਉਹਨਾਂ ਦੀ ਮਦਦ ਲਈ ਅੱਗੇ ਆ ਸਕਦੇ ਹਨ। ਇਸੀ ਦੇ ਨਾਲ ਯੂਕਰੇਨ ਨੇ ਇੱਕ ਵੱਡਾ ਫੈਸਲਾ ਵੀ ਲਿਆ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਜੋ ਕੈਦੀ ਹਨ, ਉਹਨਾਂ ਦੇ ਮੁਲਕ ਵਿੱਚ ਜਿਹੜੇ ਕੈਦੀ ਹਨ, ਜੇਕਰ ਉਹ ਸਾਹਮਣੇ ਆ ਕੇ ਇਸ ਯੁੱਧ ਵਿੱਚ ਮਦਦ ਕਰਦੇ ਹਨ ਤੇ ਉਹਨਾਂ ਦੀ ਸਾਰੀ ਸਜ਼ਾ ਮਾਫ ਕਰ ਦੇਣਗੇ। ਹੁਣ ਵੇਖਣਾ ਹੋਵੇਗਾ ਕਿ ਕਦੋਂ ਇਸ ਯੁੱਧ ਵਿੱਚ ਪੂਰਨ ਵਿਰਾਮ ਲੱਗਦਾ ਹੈ, ਕਦੋਂ ਇਹ ਯੁੱਧ ਮੁੱਕਦਾ ਹੈ, ਜਾਂ ਫਿਰ ਇਹ ਜਿਹੜਾ ਯੁੱਧ ਯੂਕਰੇਨ ਅਤੇ ਰੂਸ ਵਿੱਚ ਸ਼ੁਰੂ ਹੋਇਆ ਕੀ ਇਹ ਵਰਲਡ ਵਾਰ ਦੀ ਤਰਫ ਜਾ ਰਿਹਾ, ਕੀ ਇਹ ਵਿਸ਼ਵ ਯੁੱਧ ਵਿੱਚ ਜਾ ਰਿਹਾ, ਔਰ ਭਾਰਤ ਦਾ ਇਸ 'ਤੇ ਕੀ ਸਟੈਂਡ ਰਹੇਗਾ। ਕੀ ਭਾਰਤ ਨਿਊਟਰਲ ਰਹੇਗਾ ਜਾਂ ਫਿਰ ਉਹ ਰੂਸ ਜਾਂ ਯੂਕਰੇਨ ਦੇ ਹੱਕ ਵਿੱਚ ਖੜਾ ਹੋਵੇਗਾ। ਤਾਜ਼ੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ PTC ਨਿਊਜ਼ ਨਾਲ। ਧੰਨਵਾਦ।